ਇਹ ਉਹ ਲੋਕ ਹੈਗੇ ਆ ਜਿਹੜੇ ਕਹਿੰਦੇ ਸੀ ਜੀ ਪਹਿਲਾਂ ਵੱਢਾਂਗੇ ਮੋਨੇ ਫਿਰ ਵੱਢਾਂਗੇ ਝੋਨੇ। ਉਹ ਤਾਂ ਇਨਸਾਫ ਮੰਗ ਰਹੇ ਗੁਰੂ ਗ੍ਰੰਥ ਸਾਹਿਬ ਦਾ। ਅਕਾਲੀ ਦਲ ਨੇ ਕਿਸੇ ਵੇਲੇ ਵਾਅਦਾ ਕੀਤਾ ਸੀ ਸਿੱਖਾਂ ਨਾਲ ਕਿ ਜਿਹੜੇ ਅਫਸਰਾਂ ਨੂੰ ਨੇ ਪੰਜਾਬ ਦੇ ਵਿੱਚ ਵਧੀਕੀਆਂ ਕੀਤੀਆਂ ਅੱਤਵਾਦ ਵੇਲੇ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ। ਐਕਸ਼ਨ ਲੈਣ ਦੀ ਥਾਂ ਇਹਨਾਂ ਨੇ ਉਹੀ ਅਫਸਰ ਨਵਾਜੇ। ਚੋਰੀ ਕਰਨ ਦੇ ਵਿੱਚ ਤੇ ਪੱਥਰੇ ਖਿਲਾਰਨ ਦੇ ਵਿੱਚ ਜਿਹੜਾ ਮਸਲਾ ਹੈ ਉਹ ਕੰਮ ਤਾਂ ਹੈਗਾ ਡੇਰਾ ਸੱਚਾ ਸੌਦਾ ਦਾ। ਜਿਹੜੇ ਅਸਲੀ ਵਿੱਚੋਂ ਕੜੀ ਹੈ 3 ਦੋਸ਼ੀਆਂ ਦੀ, ਉਹ ਤਾਂ ਸ਼ੁਰੂ ਤੋਂ ਲਾਪਤਾ ਹੈਗੇ, ਉਹ ਹੁਣ ਵੀ ਲਾਪਤਾ ਹੈ। ਮੋਦੀ ਜੀ ਨੇ ਜਦੋਂ 2014 ਦੀ ਇਲੈਕਸ਼ਨ ਲੜੀ ਸੀ ਉਸ ਤੋਂ ਪਹਿਲਾਂ ਬੜੇ ਵੱਡੇ ਵਾਅਦੇ ਕੀਤੇ ਸੀ, 15 ਲੱਖ ਹਰ ਹਿੰਦੁਸਤਾਨੀ ਦੇ ਅਕਾਊਂਟ ਦੇ ਵਿੱਚ ਜਾਏਗਾ। ਕੀ ਹੋ ਗਿਆ ਪੈਸਾ? ਮੋਦੀ ਸਾਹਿਬ ਨੇ ਅੱਜ ਤੱਕ ਕਦੇ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ, ਕਦੇ ਮੀਡੀਆ ਸਾਹਮਣੇ ਨਹੀਂ ਆਏ ਤੇ ਜਵਾਬਦੇਹੀ ਹੈ ਨਹੀਂ ਕੋਈ ਵੀ। ਉਹੀ ਹਾਲ ਇੱਥੇ ਹੋਇਆ। ਭਗਵੰਤ ਮਾਨ ਵੀ ਮੀਡੀਆ ਸਾਹਮਣੇ ਨਹੀਂ ਆਉਂਦੇ, ਪੁੱਛੋਗੇ ਤਾਂ ਨਾ, ਜਾਂ ਅਸੈਂਬਲੀ 'ਚ ਪੁੱਛਦੇ ਲੋਕ। ਹੁਣ ਇਹ ਗੁਨਾਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਆ। ਕਦੇ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਜਥੇਦਾਰਾਂ ਨੂੰ ਕਿਸੇ CM ਦੀ ਕਿ ਇਸ ਤਰ੍ਹਾਂ ਸਮਨ ਕਰਕੇ ਆਪਣੇ ਘਰ ਇਹ ਆਪਦਾ ਕੋਈ ਐਕਸ਼ਨ ਕਰੇ। ਇਹ 2 CM ਇਹ ਸਜ਼ਾ ਭੁਗਤ ਚੁੱਕੇ, ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ। ਹੁਣ ਜੇ ਭਗਵੰਤ ਮਾਨ ਕੋਈ ਢਿੱਲ ਦਿਖਾਉਣਗੇ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਵੀ ਇਹ ਸਿਚੁਏਸ਼ਨ ਫੇਸ ਕਰਨੀ ਪਏਗੀ। ਇਹ ਮਾਮਲਾ ਇੰਨਾ ਸਿੰਪਲ ਨਹੀਂ। ਮੈਂ ਹਮੇਸ਼ਾ ਹੀ ਇਸ ਵਿਚਾਰਦਾ ਰਿਹਾ ਹੈ ਕਿ ਕਦੇ ਕੋਈ CM ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾ ਸਕਦਾ। ਇਸ਼ੂ ਉਹ ਨਹੀਂ ਹੈ ਮੇਰੇ ਵਾਸਤੇ। ਮੇਰੇ ਵਾਸਤੇ ਹੈ ਕਿ ਜਿਹੜੀ ਇਹਨਾਂ ਦੀ ਸਿਆਸਤ ਹੈ ਇਸ ਪਰਿਵਾਰ ਦੀ, ਮੈਂ ਅਕਾਲੀ ਦਲ ਦੀ ਨਹੀਂ ਕਹਿੰਦਾ, ਮੈਂ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫਰਕ ਪਾ ਕੇ ਦੇਖਦਾ। ਜਿਹੜੀ ਬਾਦਲ ਪਰਿਵਾਰ ਦੀ ਸਿਆਸਤ ਸੀ ਉਹਦੇ ਵਿੱਚੋਂ ਇਹ ਸਾਰਾ ਨੈਰੇਟਿਵ ਨਿਕਲਿਆ। ਤੇ ਦੋਸ਼ੀ ਤਾਂ ਇਹਨਾਂ ਦੀ ਸਿਆਸਤ ਹੈ। ਨਹੀਂ, ਜਿਹੜੀਆਂ ਪਾਰਟੀਆਂ ਦੇ ਕੋਈ ਵਿਚਾਰਧਾਰਾ ਹੀ ਨਹੀਂ ਹੁੰਦੀ। ਹੁਣ ਪਾਰਟੀਆਂ ਸਾਰੀਆਂ ਮੈਨੂੰ ਕੋਈ ਫਰਕ ਨਹੀਂ ਲੱਗਦਾ। ਮੈਨੂੰ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਦੀ ਕੋਈ ਫਰਕ ਨਹੀਂ ਲੱਗਦਾ, ਸਾਰੀ ਇੱਕੋ ਜਿਹੀ। ਹੁਣ ਉਹੀ ਬੰਦੇ ਪਹਿਲਾਂ ਇਹਨਾਂ 'ਚੋਂ ਬਹੁਤ ਕਾਂਗਰਸ ਦੇ ਵਿੱਚ ਸੀ, ਕੁਛ ਅਕਾਲੀ ਦਲ ਦੇ ਵਿੱਚ ਸੀ, ਉਹ ਕੀ ਇੱਧਰ ਆ ਕੇ ਦੁੱਧ ਧੋਤੇ ਹੋ ਗਏ। ਇੱਕ ਵੱਡੀ ਤਬਦੀਲੀ ਦੀ ਪੰਜਾਬ ਵਿੱਚ ਲੋੜ ਹੈ, ਉਹ ਸਪੇਸ ਅਜੇ ਖਾਲੀ ਹੈ। ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਉਹ ਹਜੇ ਤੱਕ ਬਦਲਾਅ ਨਜ਼ਰ ਆ ਨਹੀਂ ਰਿਹਾ ਸਰਕਾਰ ਦੇ ਵਿੱਚ। ਬੇਅਦਬੀ ਮਾਮਲਿਆਂ ਤੇ ਬਣੀ ਸਿੱਟ ਨੇ ਆਪਣੀ ਜਿਹੜੀ ਫਾਈਨਲ ਜਾਂਚ ਰਿਪੋਰਟ ਆ ਉਹ ਸੌਂਪੀ ਆ, ਜਿਸ ਦੇ ਵਿੱਚ ਕਿਸੇ ਵੀ ਸਿਆਸੀ ਧਿਰ ਨੂੰ ਕਿਹਾ ਗਿਆ ਕਿ ਉਹ ਦੋਸ਼ੀ ਨਹੀਂ ਹੈ ਤੇ ਜਿਹੜੀ ਸਾਰੇ ਇਸ ਮਾਮਲੇ ਦਾ ਦੋਸ਼ੀ ਆ ਜਿਹੜਾ ਡੇਰਾ ਸਰਸਾ ਨੂੰ ਦੱਸਿਆ ਗਿਆ ਤੇ ਡੇਰਾ ਸਰਸਾ ਨੂੰ ਇਸ ਮਾਮਲੇ ਦਾ ਦੋਸ਼ੀ ਦੱਸਿਆ ਗਿਆ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਮਝਦੇ ਹਾਂ ਇਸ ਬਾਰੇ ਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਤੇ ਸਰ, ਸਭ ਤੋਂ ਪਹਿਲਾਂ ਕਹੂੰਗਾ ਕਿ ਬੇਅਦਬੀ ਮਾਮਲੇ ਦੀ ਜਿਹੜੀ ਸਿੱਟ ਸੀ ਉਹਨੇ ਜਾਂਚ ਰਿਪੋਰਟ ਆਪਣੀ ਲੈ ਕੇ ਆਂਦੀ ਹੈ। ਉਹਦੀ ਫਾਈਨਲ ਜਾਂਚ ਰਿਪੋਰਟ ਦੇ ਵਿੱਚ ਇਹ ਆਇਆ ਕਿ ਸਾਰੇ ਦਾ ਸਾਰਾ ਜਿਹੜਾ ਦੋਸ਼ੀ ਆ ਉਹ ਡੇਰਾ ਸਿਰਸਾ। ਜਿਹੜਾ ਇਹ ਮਸਲਾ ਹੈ ਇੱਕ ਮੁੱਖ ਤੌਰ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਬੁਰਜ ਪਿੰਡ ਤੋਂ ਚੋਰੀ ਹੋਏ ਸੀ ਉਹਦੇ ਨਾਲ ਸੰਬੰਧਿਤ ਹੈ। ਸੋ 2 ਕੇਸ ਹੈਗੇ ਹੈ, FIR ਸੇਮ ਹੈ ਵਰਚੁਅਲੀ, ਇੱਕ ਦੂਜੀ ਬਾਅਦ ਦੇ ਵਿੱਚ ਹੈ। ਇੱਕ ਤਾਂ ਚੋਰੀ ਦਾ, ਦੂਸਰੀ ਇਹਦੇ ਪੱਤਰੇ ਅੰਗ ਬਰਗਾੜੀ ਦੀ ਗਲੀਆਂ ਦੇ ਵਿੱਚ ਖਿਲਾਰੇ ਗਏ ਤੇ ਉਸ ਤੋਂ ਪਹਿਲਾਂ ਬਰਗਾੜੀ ਦੇ ਵਿੱਚ ਤੇ ਬੁਰਜ ਦੇ ਪਿੰਡ ਦੇ ਵਿੱਚ ਪੋਸਟਰ ਲੱਗੇ ਜਿਹੜੀ ਵਾਰਨਿੰਗ ਸੀ। ਸੋ ਜੇ ਇਹ ਬੇਸਿਕ ਮਸਲਾ ਤਾਂ ਪਹਿਲਾਂ ਤਾਂ ਇਹ ਸੁਲਝਾਉਣਾ ਪਊਗਾ ਕਿ ਇਹਦੇ ਪਿੱਛੇ ਕਿਹਨਾਂ ਨੇ ਕੀਤਾ ਕੰਮ। ਇਹ ਜਦੋਂ ਜਿਹੜੀ ਤੁਸੀਂ ਸਿਆਸੀ ਗੱਲ ਕੀਤੀ ਹੈ ਵੀ ਕਿਸੇ ਸਿਆਸੀ ਧਿਰ ਨੂੰ ਇਹਦੇ ਦੋਸ਼ੀ ਨਹੀਂ ਬਣਾਇਆ ਗਿਆ, ਚੋਰੀ ਕਰਨ ਦੇ ਵਿੱਚ ਤੇ ਪੱਥਰੇ ਖਿਲਾਰਨ ਦੇ ਵਿੱਚ ਜਿਹੜਾ ਮਸਲਾ ਹੈ ਉਹ ਕੰਮ ਤਾਂ ਹੈਗਾ ਡੇਰਾ ਸੱਚਾ ਸੌਦਾ ਦਾ। ਡੇਰਾ ਸੱਚਾ ਸੌਦਾ ਦੇ ਦੋਸ਼ੀ ਲਗਾਤਾਰ ਸਾਹਮਣੇ ਨਾ ਆ ਰਹੇ ਸੀਗੇ। ਇਹ ਕੋਈ ਨਵੀਂ ਗੱਲ ਨਹੀਂ ਜਿਹੜੀ ਲੋਕਾਂ ਨੂੰ ਦੱਸੀ ਹੋਵੇ। ਇਹ ਸਾਰੇ ਕੇਸਾਂ 'ਚ ਪਹਿਲੀ ਵਾਰੀ ਪਿਨ ਪੁਆਇੰਟ ਕਰਕੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਦਾ ਨਾਂ ਜ਼ਰੂਰ ਇਹਦੇ ਵਿੱਚ ਆਇਆ, ਲੇਕਿਨ ਜਿਹੜੇ ਅਸਲੀ ਵਿੱਚੋਂ ਕੜੀ ਹੈ 3 ਦੋਸ਼ੀਆਂ ਦੀ, ਉਹ ਤਾਂ ਸ਼ੁਰੂ ਤੋਂ ਲਾਪਤਾ ਹੈਗੇ ਆ, ਉਹ ਹੁਣ ਵੀ ਲਾਪਤਾ ਹੈ। ਸੋ ਵਰਚੁਅਲੀ ਜਿਹੜੀ ਪਹਿਲਾਂ ਇਨਵੈਸਟੀਗੇਸ਼ਨ ਹੋਈ ਹੈ ਉਹੀ ਰਿਪੀਟ ਹੋਈ ਹੈ। ਕੋਈ ਇਹਦੇ 'ਚ ਮੈਨੂੰ ਕੋਈ ਨਵੀਂ ਗੱਲ ਨਹੀਂ ਲੱਗਦੀ। ਮੈਂ ਕਵਰ ਵਿਜੇ ਪ੍ਰਤਾਪ ਹੋਰਾਂ ਦੀ ਵੀ ਜਿਹੜੀ ਚਾਰਜ ਸ਼ੀਟ ਸੀ ਪਹਿਲੀ ਉਹ ਪੜ੍ਹ ਲਓ, ਉਹਦੇ ਤਾਂ ਉਹਨਾਂ ਨੇ ਜਿਹੜੇ ਸਿਆਸੀ ਬੰਦੇ ਆ ਉਹਨਾਂ ਤੇ ਵੀ ਉਂਗਲ ਕੀਤੀ ਸੀਗੀ ਤੇ ਇਹਨਾਂ ਨੇ ਹਾਲੇ ਸਿਰਫ ਇਹ ਦੇਖਿਆ ਕਿ ਇਹ ਚੋਰੀ ਕਿਹਨੇ ਕੀਤੀ ਹੈ ਤੇ ਇਹਦੀ ਬੈਕਗਰਾਊਂਡ ਦੇ ਵਿੱਚ ਹਾਲੇ ਨਹੀਂ ਗਏ।
ਸੋ ਇਹ ਹਾਲੇ ਜਿਹੜਾ ਪਰਟੀਕੂਲਰ ਇੰਸਟੀਚਿਊਟ ਚੋਰੀ ਦਾ ਤੇ ਪੱਤਰੇ ਖਿਲਾਰਨ ਦਾ ਉੱਥੇ ਤੱਕ ਹੀ ਸੀਮਤ ਹੈ। ਤਾਂ ਸਰ ਕੀ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਆਪਣੀ ਫਿਲਮ ਨਾ ਰਿਲੀਜ਼ ਹੋਣ ਦਾ ਬਦਲਾ ਲੈਣ ਦੇ ਲਈ ਡੇਰਾ ਪ੍ਰੇਮੀਆਂ ਦੇ ਵੱਲੋਂ ਇਹ ਕੀਤਾ ਗਿਆ, ਕਿ ਪਹਿਲਾਂ ਕਿਸੇ ਸਿੱਟ ਨੇ ਅਜਿਹਾ ਦੱਸਿਆ ਸੀ? ਹਾਂ, ਇਹ ਸਾਰਾ ਕੁਝ ਪਹਿਲਾਂ ਆ ਚੁੱਕਿਆ ਹੈ ਕਿ ਇਹਦੀ ਬੈਕਗ੍ਰਾਉਂਡ ਕੀ ਸੀਗੀ। ਮੈਂ ਇਨ ਬਰੀਫ ਤੁਹਾਨੂੰ ਪੂਰਾ ਨੈਰੇਟਿਵ ਪਹਿਲਾਂ ਸਮਝਾ ਦਿੰਦਾ, ਤਾਂ ਕਿਉਂਕਿ ਵਿੱਚੋਂ ਆਪਾਂ ਜੇ ਗੱਲ ਕਰੀਏ ਫਿਰ ਇਹ ਗੱਲ ਪੂਰੀ ਸਮਝ ਨਹੀਂ ਆਉਣੀ। ਸੋ ਉਸ ਬੈਕਗ੍ਰਾਉਂਡ ਦੇ ਵਿੱਚ ਤੁਹਾਨੂੰ ਇਹ ਜਿੰਨੀ ਇਨਵੈਸਟੀਗੇਸ਼ਨ ਹੈ ਉਹ ਦੇਖਣੀ ਪਏਗੀ। 2007 ਦੇ ਵਿੱਚ ਅਕਾਲੀ ਦਲ ਸਰਕਾਰ ਬਣਦੀ ਹੈ ਮਾਰਚ ਦੇ ਵਿੱਚ। ਅਪ੍ਰੈਲ ਐਂਡ ਦੇ ਵਿੱਚ ਇੱਕ ਫੋਟੋ ਅਖਬਾਰ ਦੇ ਵਿੱਚ ਸਾਹਮਣੇ ਆਉਂਦੀ ਹੈ, ਉਹ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਦਾ ਮੁਖੀ ਦਸਮ ਪਾਤਸ਼ਾਹ ਦਾ ਉਹਨੇ ਸੁਆਗ ਰਚਿਆ ਹੋਇਆ। ਉੱਥੋਂ ਰੌਲਾ ਪਿਆ ਸਾਰਾ ਪੰਜਾਬ ਵਿੱਚ, ਵਰਚੁਅਲੀ ਅੱਗ ਲੱਗਣ ਵਾਲੀ ਗੱਲ ਹੋ ਗਈ। ਤੇ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀਆਂ ਨੇ ਮੀਟਿੰਗ ਕਰਕੇ ਐਕਸਕੋਮਿਊਨੀਕੇਟ ਕਰਤਾ ਤੇ ਨਾਲ ਡਾਇਰੈਕਟਿਵ ਦਿੱਤਾ ਸਿੱਖਾਂ ਨੂੰ ਕਿ ਤੁਸੀਂ ਡੇਰਾ ਸੱਚਾ ਸੌਦਾ ਦਾ ਬਾਈਕਾਟ ਕਰੋ। ਇਸ ਤੋਂ ਬਾਅਦ ਇਹ ਨੈਰੇਟਿਵ ਚੱਲੀ ਗਿਆ। ਪੰਜਾਬ 'ਚ ਵਾਇਲੈਂਸ ਵੀ ਕਈ ਵਾਰੀ ਹੋਈ, ਸਾਰਾ ਕੁਝ ਹੁੰਦਾ ਹੈ। 2009 ਦੀ ਇਲੈਕਸ਼ਨ ਆ ਜਾਂਦੀ, ਇਲੈਕਸ਼ਨ ਲੋਕ ਸਭਾ ਦੀ। ਉਦੋਂ ਇੱਕ ਇੰਟਰਸਟਿੰਗ ਟਰਨ ਸਾਰੀ ਨੈਰੇਟਿਵ ਦੇ ਵਿੱਚ ਆਉਂਦੀ ਹੈ। ਬਾਦਲ ਪਰਿਵਾਰ ਦਾ ਪਹਿਲਾ ਹਲਕਾ ਲੋਕ ਸਭਾ ਹੁੰਦਾ ਸੀਗਾ ਫਰੀਦਕੋਟ, ਉਹ ਹੋ ਗਿਆ ਰਿਜ਼ਰਵ 2009 ਦੀ ਡੀਲਿਮਿਟੇਸ਼ਨ ਤੋਂ ਬਾਅਦ, ਤੇ ਇਹਨਾਂ ਨੂੰ ਸ਼ਿਫਟ ਕਰਨਾ ਪਿਆ ਬਠਿੰਡੇ। ਤੇ ਕੈਂਡੀਡੇਟ ਸੀ ਹਰਸਿਮਰਤ ਕੌਰ ਬਾਦਲ। ਬਠਿੰਡਾ ਏਰੀਆ ਡੇਰਾ ਸੱਚਾ ਸੌਦਾ ਦਾ ਗੜ੍ਹ ਹੈ। ਸੋ ਜਦ ਤੱਕ ਕੋਈ ਇਹਨਾਂ ਨਾਲ ਅੰਡਰਸਟੈਂਡਿੰਗ ਅੰਦਰ ਖਾਤੇ ਨਾ ਹੁੰਦੀ ਤੇ ਉਹਨਾਂ ਦੀ ਜਿੱਤ ਕੋਈ ਯਕੀਨੀ ਨਹੀਂ ਸੀ ਹੋ ਸਕਦੀ। ਇਸ ਗੱਲ ਦੀ ਤਸਦੀਕ ਉਦੋਂ ਹੁੰਦੀ ਹੈ ਜਦੋਂ ਡੇਰਾ ਸੱਚਾ ਸੌਦਾ ਦੇ ਲੀਡਰਾਂ ਨੇ, ਜਿਹੜੀ ਪੋਲੀਟੀਕਲ ਕਮੇਟੀ ਹੈ, ਉਹਨਾਂ ਨੇ ਪਟਿਆਲੇ ਪ੍ਰੈਸ ਕਾਨਫਰੰਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਕਿ ਅਸੀਂ ਅਕਾਲੀ ਦਲ ਦੀ ਸਪੋਰਟ ਕਰਾਂਗੇ। ਰਿਕਾਰਡ ਦਾ ਪਾਰਟ ਹੈ ਇਹ, ਕੋਈ ਮੈਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿ ਰਿਹਾ। ਇਲੈਕਸ਼ਨ ਹੋ ਗਈ ਤੇ ਬੀਬਾ ਜੀ ਜਿੱਤ ਗਏ ਇਲੈਕਸ਼ਨ। ਹੁਣ ਜਿਹੜੀ ਅੱਗੇ ਨੈਰੇਟਿਵ ਸ਼ਿਫਟ ਹੁੰਦਾ ਹੈ ਉਹ ਬੜਾ ਕਮਾਲ ਦਾ ਹੈ। ਜਿਹੜਾ 2007 ਵਾਲਾ ਕੇਸ ਸੀਗਾ ਉਹਦੀ FIR ਦਰਜ ਹੋਈ ਵੀ ਸੀਗੀ। 2012 ਦੀ ਅਸੈਂਬਲੀ ਇਲੈਕਸ਼ਨ ਤੋਂ ਠੀਕ 5 ਦਿਨ ਪਹਿਲਾਂ ਉਹ FIR ਵਿਡਰਾ ਕਰ ਲਈ ਗਈ। ਬੈਨੀਫਿਟ ਦੇ ਦਿੱਤਾ ਗਿਆ ਡੇਰਾ ਸੱਚਾ ਸੌਦਾ ਨੂੰ। ਇਹ ਇੱਥੋਂ ਲੱਗਦਾ ਹੈ ਕਿ ਜਿਹੜੀ ਸਮਝ ਸੀ ਇਹਨਾਂ ਦੀ ਅੰਡਰਸਟੈਂਡਿੰਗ ਪਹਿਲਾਂ, ਉਹ ਹੋਰ ਪੱਕੀ ਹੋ ਗਈ। ਸਰਕਾਰ ਫਿਰ ਇਹਨਾਂ ਦੀ ਬਣ ਗਈ। ਤੇ ਉਸ ਤੋਂ ਬਾਅਦ ਅੱਗੇ ਸਮੱਸਿਆ ਖੜੀ ਹੁੰਦੀ ਹੈ ਜਦੋਂ ਡੇਰਾ ਸੱਚਾ ਸੌਦਾ ਦੇ ਚੀਫ ਦੀਆਂ ਫਿਲਮਾਂ ਬਣੀਆਂ, ਤੇ ਖਾਸ ਕਰਕੇ ਜਿਹੜੀ MSG2 ਸੀ ਉਹਦੇ ਤੇ ਰੌਲਾ ਬਹੁਤ ਪਿਆ। ਤੇ ਡੇਰਾ ਸੱਚਾ ਸੌਦਾ ਵਾਲਿਆਂ ਨੇ ਬਠਿੰਡੇ ਰੇਲਵੇ ਲਾਈਨਾਂ 3 ਦਿਨ ਬਲੌਕ ਰੱਖੀਆਂ। ਉਹਨਾਂ ਦਿਨਾਂ ਦੇ ਵਿੱਚ ਫਿਰ ਅਲਟੀਮੇਟਲੀ ਜਿੱਥੇ ਸਾਰੀ ਗੜਬੜ ਹੁੰਦੀ ਹੈ, ਜਿਹਦਾ ਕ੍ਰਿਮੀਨਲ ਕੇਸ ਕੋਈ ਨਹੀਂ ਬਣ ਸਕਦਾ। ਇਹ ਜਿਹੜੀ ਸਾਰਾ ਨੈਰੇਟਿਵ ਹੈ ਇਹਦਾ ਕ੍ਰਿਮੀਨਲ ਕੋਈ ਕੇਸ ਕੋਈ ਨਹੀਂ, ਇਹ ਰਿਲੀਜੀਓ ਪੋਲੀਟੀਕਲ ਡਾਇਮੈਂਸ਼ਨ ਹੈ ਸਾਰੇ ਕੇਸ ਦੀਆਂ। ਕ੍ਰਿਮੀਨਲ ਕੇਸ ਤਾਂ 2007 ਵਾਲਾ ਹੀ ਹੈ ਸਿਰਫ। ਇਸ ਸੰਦਰਭ ਦੇ ਵਿੱਚ ਬਾਦਲ ਸਾਹਿਬ ਨੇ ਜਥੇਦਾਰ ਅਕਾਲ ਤਖਤ ਉਹਨਾਂ ਦੇ ਸਾਥੀਆਂ ਨੂੰ ਆਪਣੀ ਅਫੀਸ਼ੀਅਲ ਰੈਜ਼ੀਡੈਂਸ ਚੰਡੀਗੜ੍ਹ ਸਮਨ ਕੀਤਾ ਤੇ ਉਹਨਾਂ ਤੋਂ ਇੱਕ ਫਰਜ਼ੀ ਜੀ ਜਿਹੜਾ ਮਾਫੀਨਾਮਾ ਸੀ ਉਹ ਸਬਮਿਟ ਕੀਤਾ ਤੇ ਉਹਨਾਂ ਨੇ ਉਹਨਾਂ ਤੋਂ ਮਾਫੀ ਦਵਾਈ। ਉਸ ਮਾਫੀ ਨੂੰ SGPC ਨੇ 90 ਲੱਖ ਦੇ ਇਸ਼ਤਿਹਾਰ ਦੇ ਕੇ ਡਿਫੈਂਡ ਕੀਤਾ। ਪੰਜਾਬ ਵਿੱਚ ਰੌਲਾ ਪੈ ਗਿਆ, ਸਿੱਖ ਜਗਤ ਦੇ ਵਿੱਚ ਜਥੇਦਾਰ ਅਕਾਲ ਤਖਤ ਦਾ ਬਾਈਕਾਟ ਹੋ ਗਿਆ। ਅਲਟੀਮੇਟਲੀ ਅੰਡਰ ਪ੍ਰੈਸ਼ਰ ਇਹਨਾਂ ਨੂੰ ਉਹ ਜਿਹੜਾ ਮਾਫੀ ਸੀ ਉਹ ਵਾਪਸ ਲੈਣੀ ਪਈ ਜਥੇਦਾਰਾਂ ਨੂੰ। ਇਹਦੇ ਵਿੱਚ ਅਕਾਲ ਤਖਤ ਦਾ ਜਿਹੜਾ ਇੰਸਟੀਟਿਊਸ਼ਨ ਹੈ, ਸੰਸਥਾ, ਇਹਦਾ ਡੈਮੇਜ ਪੂਰੀ ਤਰ੍ਹਾਂ ਹੋ ਗਿਆ। ਇਸ ਤਰ੍ਹਾਂ ਹੀ SGPC ਦਾ ਡੈਮੇਜ ਹੋ ਗਿਆ। ਹੁਣ ਇਹ ਗੁਨਾਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਹੈ। ਕਦੇ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਜਥੇਦਾਰਾਂ ਨੂੰ ਕਿਸੇ CM ਦੀ ਕਿ ਇਸ ਤਰ੍ਹਾਂ ਸਮਨ ਕਰਕੇ ਆਪਣੇ ਘਰ ਇਹ ਇਹੋ ਜਿਹਾ ਕੋਈ ਐਕਸ਼ਨ ਕਰੇ। ਸੋ ਇਹਨਾਂ ਦਾ ਗੁਨਾਹ ਇੱਥੇ ਹੈ। ਉਸ ਤੋਂ ਬਾਅਦ 1 ਜੂਨ ਨੂੰ, ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਬੁਰਜ ਦੇ ਗੁਰਦੁਆਰੇ ਤੋਂ ਚੋਰੀ ਹੋ ਜਾਂਦਾ ਤੇ ਉਹਦੇ ਪੱਤਰੇ ਅਕਤੂਬਰ ਦੇ ਵਿੱਚ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਮਿਲਦੇ ਆ। ਤੇ ਜਦੋਂ
ਸਿੱਖ ਮੁਜ਼ਾਹਰਾ ਕਰਦੇ ਆ ਕੋਟਕਪੂਰੇ ਜਾ ਕੇ, ਦੂਜੇ ਦਿਨ ਤੜਕੇ ਸਵੇਰੇ 5 ਵਜੇ ਬੰਦੇ ਜਨਾਨੀਆਂ ਜਦੋਂ ਪਾਠ ਕਰ ਰਹੇ ਹੁੰਦੇ ਆ, ਉਹਨਾਂ ਦੇ ਪੁਲਿਸ ਚੜਾ ਦਿੱਤੀ ਜਾਂਦੀ ਹੈ 5 ਜ਼ਿਲ੍ਹਿਆਂ ਦੀ। ਤੇ 3 ਘੰਟੇ ਬਾਅਦ ਉਸ ਤੋਂ ਬਹਿਬਲ ਕਲਾਂ ਪੁਲਿਸ ਗੋਲੀ ਚਲਾਉਂਦੀ ਹੈ, ਉੱਥੇ ਵੀ ਧਰਨਾ ਵੱਜਿਆ ਹੋਇਆ ਸੀ। ਮੇਰੇ ਖਿਆਲ 'ਚ ਜਦੋਂ ਕੋਟਕਪੂਰੇ ਗੋਲੀ ਚੱਲ ਗਈ ਸੀਗੀ, ਉਸ ਤੋਂ ਬਾਅਦ ਸੀਐਮ ਨੂੰ ਇੰਟਰਵੀਨ ਕਰਨਾ ਚਾਹੀਦਾ ਸੀ ਕਿ ਭਾਈ ਤੁਸੀਂ ਇਹ ਗੋਲੀ ਗਾਲੀ ਨਾ ਚਲਾਓ। ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਗੋਲੀ ਬਹਿਬਲ ਚੱਲ ਗਈ, 2 ਬੰਦੇ ਮਾਰੇ ਗਏ। ਸਮੱਸਿਆ ਉਹ ਹੈ ਜਿਹੜੀ ਕਹਿੰਦੇ ਵੀ ਸੀਐਮ ਨੇ ਗੋਲੀ ਚਲਵਾਈ, ਤੇ ਗੋਲੀ ਚੱਲੀ ਹੈ, ਨਾਲ FIR 'ਚ ਆ ਗਿਆ ਕਿ ਪੁਲਿਸ ਅਣਪਛਾਤੀ ਸੀ। ਇਸ ਤੋਂ ਅੱਗੇ ਚੱਲੋ ਥੋੜਾ ਜਿਹਾ, ਗੱਲ ਇੱਥੇ ਰੁਕਦੀ ਨਹੀਂ। ਜਦੋਂ ਪੰਜਾਬ ਦੇ ਵਿੱਚ ਹਰ ਥਾਂ ਤੇ ਮੁਜ਼ਾਹਰੇ ਹੋ ਰਹੇ ਸੀ, ਸੁਖਬੀਰ ਸਿੰਘ ਜੀ ਕਹਿ ਰਹੇ ਸੀਗੇ ਕਿ ਇਹ ਤਾਂ ਵਿਹਲੇ ਆ ਜੀ, ਉਹਨਾਂ ਦਾ ਮਜ਼ਾਕ ਉਡਾ ਰਹੇ ਸੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ, ਉਹਨਾਂ ਦਾ ਸੁਖਬੀਰ ਸਿੰਘ ਜੀ ਮਜ਼ਾਕ ਉਡਾ ਰਹੇ ਸੀ। ਸੋ ਇਹ ਨੈਰੇਟਿਵ ਲੱਭਾ ਹੈ। ਇਸ ਤਰ੍ਹਾਂ ਹੀ 2018 ਦੇ ਵਿੱਚ ਹੋਇਆ, ਜਦੋਂ ਮੋਰਚਾ ਲੱਗਿਆ ਬਰਗਾੜੀ ਇਨਸਾਫ ਦਿਵਾਉਣ ਦਾ, ਉਦੋਂ ਵੀ ਬਾਦਲ ਸਾਹਿਬ ਬਾਹਰ ਆਏ ਤੇ ਕਹਿੰਦੇ ਕਿ ਇਹ ਉਹ ਲੋਕ ਹੈਗੇ ਆ ਜਿਹੜੇ ਕਹਿੰਦੇ ਸੀ ਜੀ ਪਹਿਲਾਂ ਵੱਢਾਂਗੇ ਮੋਨੇ ਫਿਰ ਵੱਢਾਂਗੇ ਝੋਨੇ। ਉਹ ਤਾਂ ਇਨਸਾਫ ਮੰਗ ਰਹੇ ਗੁਰੂ ਗ੍ਰੰਥ ਸਾਹਿਬ ਦਾ। ਇੱਥੇ ਹੀ ਗੱਲ ਨਹੀਂ ਸੀ ਰੁਕੀ। 15 ਦੇ ਵਿੱਚ ਵੀ ਜਦੋਂ ਇਹ ਸਾਰਾ ਸਿਸਟਮ ਚੱਲ ਰਿਹਾ ਸੀਗਾ ਤੇ ਅਕਾਲੀ ਦਲ ਨੇ ਕਾਨਫਰੰਸਾਂ ਕੀਤੀਆਂ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਨਸਾਫ ਮੰਗ ਰਹੇ ਸੀ। 18 ਚ ਆ ਕੇ ਫਿਰ ਇਹਨਾਂ ਨੇ ਕਾਨਫਰੰਸਾਂ ਕੀਤੀਆਂ। ਸੋ ਇਹ ਬੈਕਗ੍ਰਾਉਂਡ ਹੈ। ਇਹ ਇਸ ਕਰਕੇ ਜਿਹੜਾ ਗੁਨਾਹ ਹੈ ਉਹ ਕੋਈ ਲੈਵਲ ਤੇ ਤੇ ਕਈਆਂ ਦਾ ਹੈ। ਅੱਛਾ ਸਰ, ਤੁਸੀਂ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕੀਤਾ। ਕੁੰਵਰ ਵਿਜੇ ਪ੍ਰਤਾਪ ਤਾਂ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ ਮੇਰੀ ਜਾਂਚ ਰਿਪੋਰਟ ਆ ਜਿਹੜੀ ਪੂਰੀ ਹੋ ਗਈ, ਸਾਹਮਣੇ ਆ ਗਈ, ਤਾਂ ਕਈ ਸਾਰੇ ਵੱਡੇ ਸਿਆਸੀ ਲੋਕ ਟੰਗੇ ਜਾਣਗੇ ਦੀ ਗੱਲ ਕਰਦੇ ਹੁੰਦੇ ਸੀ ਉਹ। ਪਰ ਹੁਣ ਜਦੋਂ ਇਹ ਜਾਂਚ ਰਿਪੋਰਟ ਆਈ ਆ ਤੇ ਤੁਸੀਂ ਕਹਿੰਦੇ ਦੋਵਾਂ 'ਚ ਕੋਈ ਫਰਕ ਨਹੀਂ ਹੈ। ਇਸ ਦੇ ਵਿੱਚ ਕਿਸੇ ਸਿਆਸੀ ਬੰਦੇ ਨੂੰ ਦੋਸ਼ੀ, ਫਿਲਹਾਲ ਤੱਕ ਜਿਹੜੀ ਬੇਅਦਬੀ ਦੀ ਜਾਂਚ ਰਿਪੋਰਟ ਆਈ ਹੈ, ਇਸ ਦੇ ਵਿੱਚ ਕਿਸੇ ਸਿਆਸੀ ਬੰਦੇ ਨੂੰ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ। ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਤੇ ਹੁਣ ਵਾਲੀ ਜਿਹੜੀ SIT ਦੀ ਜਾਂਚ ਰਿਪੋਰਟ ਆ, ਇਹਨਾਂ 'ਚ ਫਰਕ ਕੀ ਆ? ਦੇਖੋ, ਮੈਂ ਇਹਦੇ ਬਾਰੇ ਜੱਜਮੈਂਟ ਨਹੀਂ ਦੇ ਸਕਦਾ ਕਿਉਂਕਿ ਐਕਸਪਰਟਸ ਦਾ ਕੰਮ ਹੈ। ਤਾਂ ਜੱਜ ਕੋਰਟ ਵਾਲੇ ਦੇਖਣ ਜਾਂ ਪੁਲਿਸ ਵਾਲੇ ਦੇਖਣ, ਉਹਨਾਂ ਦਾ ਕੰਮ ਹੈ। ਵੀ ਫਰਕ ਕੀ ਹੈ? ਫਰਕ ਇਹ ਹੈ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਆ ਸੀ ਉਹਦੇ ਵਿੱਚ, ਕਿ ਇਹਨਾਂ ਤੇ ਉਂਗਲ ਚੱਕੀ ਸੀ ਕਿ ਇਹਦੀ ਬੈਕਗ੍ਰਾਉਂਡ ਦੇ ਵਿੱਚ ਇਹ ਲੋਕ ਦੋਸ਼ੀ ਹੈਗੇ। ਹੁਣ ਉਹ ਜਾਂਚ ਦਾ ਵਿਸ਼ਾ ਹੈ ਕਿ ਇਹ ਅੱਗੇ ਇਹ ਸਰਕਾਰ ਜਾਂਚ ਕਰਦੀ ਹੈ ਨਹੀਂ, ਇਹ ਇਹਨਾਂ ਤੇ ਡਿਪੈਂਡ ਕਰਦਾ ਹੈ। ਲੋਕਾਂ ਨੇ ਸਜ਼ਾ ਦੇ ਦਿੱਤੀ 2017 ਦੇ ਵਿੱਚ ਵੀ, ਤੇ ਆਹ ਸੰਗਰੂਰ ਇਲੈਕਸ਼ਨ ਲੇਟੈਸਟ ਹੈ, ਇਹ ਉਹਦੀ ਹੀ ਸਜ਼ਾ ਮਿਲ ਰਹੀ ਹੈ। ਇਹ 2 CM ਇਹ ਸਜ਼ਾ ਭੁਗਤ ਚੁੱਕੇ ਹੈ, ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ। ਹੁਣ ਜੇ ਭਗਵੰਤ ਮਾਨ ਕੋਈ ਢਿੱਲ ਦਿਖਾਉਣਗੇ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਵੀ ਇਹ ਸਿਚੁਏਸ਼ਨ ਫੇਸ ਕਰਨੀ ਪਏਗੀ। ਇਹ ਮਾਮਲਾ ਇੰਨਾ ਸਿੰਪਲ ਨਹੀਂਗਾ। ਸਰ, ਇਸ ਜਾਂਚ ਰਿਪੋਰਟ ਆਉਣ ਤੋਂ ਬਾਅਦ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾਅਵਾ ਕਰ ਰਿਹਾ, ਖਾਸ ਕਰ ਉਹਨਾਂ ਦੇ ਪ੍ਰਧਾਨ, ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਦੇਖੋ ਜੋ ਸਿਆਸਤ ਕੀਤੀ ਗਈ, ਜੋ ਸਾਜ਼ਿਸ਼ਾਂ ਰਚੀਆਂ ਗਈਆਂ, ਉਹ ਬੇਨਕਾਬ ਹੋਈਆਂ। ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਬਾਦਲ ਪਰਿਵਾਰ, ਹੁਣ ਤੱਕ ਬੇਗੁਨਾਹ ਸੀ ਤੇ ਹੈ। ਕਿ ਇਸ ਜਾਂਚ ਰਿਪੋਰਟ ਆਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ, ਖਾਸ ਕਰ ਬਾਦਲ ਪਰਿਵਾਰ ਨੂੰ, ਇਸ ਚੀਜ਼ ਤੋਂ, ਸਾਰੇ ਕਾਸੇ ਤੋਂ ਮੁਕਤੀ ਮਿਲ ਜਾਂਦੀ ਹੈ, ਸਾਰੇ ਇਲਜ਼ਾਮਾਂ ਤੋਂ? ਮੈਂ ਹਮੇਸ਼ਾ ਹੀ ਇਸ ਵਿਚਾਰ ਦਾ ਰਿਹਾ ਹੈ ਕਿ ਕਦੇ ਕੋਈ CM ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾ ਸਕਦਾ। ਇਸ਼ੂ ਉਹ ਨਹੀਂ ਹੈ ਮੇਰੇ ਵਾਸਤੇ। ਮੇਰੇ ਵਾਸਤੇ ਹੈ ਕਿ ਜਿਹੜੀ ਇਹਨਾਂ ਦੀ ਸਿਆਸਤ ਹੈ ਇਸ ਪਰਿਵਾਰ ਦੀ, ਮੈਂ ਅਕਾਲੀ ਦਲ ਦੀ ਨਹੀਂ ਕਹਿੰਦਾ, ਮੈਂ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫਰਕ ਪਾ ਕੇ ਦੇਖਦਾ। ਜਿਹੜੀ ਬਾਦਲ ਪਰਿਵਾਰ ਦੀ ਸਿਆਸਤ ਸੀ ਉਹਦੇ ਵਿੱਚੋਂ ਇਹ ਸਾਰਾ ਨੈਰੇਟਿਵ ਨਿਕਲਿਆ। ਸਰ, ਦੋਸ਼ੀ ਤਾਂ ਇਹਨਾਂ ਦੀ ਸਿਆਸਤ ਹੈ। ਉਹ ਕ੍ਰਿਮੀਨਲ ਆਸਪੈਕਟ ਹੈ ਜਾਂ ਨਹੀਂ ਹੈ, ਉਹ ਵੱਖਰੀ ਗੱਲ ਹੈ, ਤੇ ਉਹਦਾ ਤਾਂ ਲੋਕ ਇਹਨਾਂ ਨੂੰ ਸਜ਼ਾ ਦੇ ਚੁੱਕੇ ਆ। ਮੈਂ ਪਹਿਲਾਂ ਜਿਹੜਾ ਸਾਰੀ ਗੱਲ ਬੈਕਗ੍ਰਾਉਂਡ ਸਮਝਾਈ ਹੈ, ਹੁਣ ਦੋਸ਼ੀ ਜਦੋਂ ਇਹਨਾਂ ਨੇ ਕੇਸ ਵਿਡਰਾ ਕੀਤਾ, ਉਹ ਦੋਸ਼ੀ ਹੈਗੇ। ਕ੍ਰਿਮੀਨਲ ਕੇਸ ਨਹੀਂ ਹੈ, ਲੇਕਿਨ ਅਦਰਵਾਈਜ਼ ਤਾਂ ਦੋਸ਼ੀ ਹੈਗੇ। ਜੇ ਬਾਦਲ ਸਾਹਿਬ ਸਮਨ ਕਰਦੇ ਜਥੇਦਾਰਾਂ ਨੂੰ ਆਪਣੇ ਘਰ ਰਾਮ ਰਹੀਮ ਨੂੰ ਮਾਫੀ ਦਿਵਾਉਣ ਵਾਸਤੇ, ਉਹ ਦੋਸ਼ੀ ਹੈਗੇ, ਗੁਨਾਹਗਾਰ ਹੈ। ਸੋ ਇਹਨਾਂ ਦੇ ਗੁਨਾਹ ਇਸ ਤਰ੍ਹਾਂ ਦੇ ਹੈਗੇ। ਇਹ ਨਹੀਂ ਕਿ ਇਹਨਾਂ ਨੇ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਨਹੀਂ। ਲੇਕਿਨ ਜੋ ਕੁਛ ਉਸ ਤੋਂ ਬਾਅਦ ਉਸ ਨੈਰੇਟਿਵ ਨਾਲ ਐਸੋਸੀਏਟਡ ਹੈ, ਜੋ ਕੁਛ ਵਾਪਰਿਆ, ਉਹਦੇ ਗੁਨਾਹਗਾਰ ਹੈ। ਤੇ ਜੋ ਕੁਛ ਬਹਿਬਲ ਕਲਾਂ ਹੋਇਆ ਉਹਨੂੰ ਰੋਕਿਆ ਜਾ ਸਕਦਾ ਸੀ। ਤੇ ਜਿਹੜਾ ਇਹਨਾਂ ਨੇ ਸਿੱਖਾਂ ਦਾ ਮਜ਼ਾਕ ਉਡਾਇਆ, ਜਿਹੜੇ ਮੁਜ਼ਾਹਰਾ ਕਰ ਰਹੇ ਸੀਗੇ, ਇਹ ਉਹਦੇ ਵੀ ਦੋਸ਼ੀ ਹੈ। ਦੋਸ਼ ਉੱਥੇ ਹੈ।
ਤੁਸੀਂ ਪੁਲਿਸ ਦੀ ਜਿਹੜੇ ਸ਼ਾਂਤਮਈ ਸਿੱਖ ਪ੍ਰਦਰਸ਼ਨ ਕਰ ਰਹੇ ਸੀ, ਤੁਸੀਂ ਉਹਨਾਂ ਦਾ ਜ਼ਿਕਰ ਕੀਤਾ, ਤਾਂ ਫਿਰ ਕੀ ਜੇ ਦੋਸ਼ੀ ਨੇ, ਤਾਂ ਇੱਕ ਸਵਾਲ ਉਹ ਵੀ ਤਾਂ ਉੱਠਦਾ ਨਾ ਕਿ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸੀਗੇ ਉਦੋਂ ਆਈਜੀ ਪਰਮਰਾਜ ਉਮਰਾ ਨੰਗਲ, ਤਾਂ ਉਹਨਾਂ ਨੂੰ ਉੱਥੇ ਭੇਜਣਾ ਇਹ ਵੀ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਸ਼ੱਕ ਦੇ ਘੇਰੇ 'ਚ ਖੜਾ ਕਰਦਾ ਨਾ। ਜਦੋਂ ਤੁਸੀਂ ਇੰਨੀ ਪੁਲਿਸ 5 ਜ਼ਿਲ੍ਹਿਆਂ ਦੀ ਭੇਜੋਗੇ ਤੇ ਨੈਚੁਰਲੀ ਕੋਈ ਵੱਡਾ ਅਫਸਰ ਵੀ ਨਾਲ ਭੇਜੋਗੇ। ਸੋ 5 ਜ਼ਿਲ੍ਹਿਆਂ ਦੀ ਪੁਲਿਸ ਭੇਜ ਕੇ ਤੇ ਫਿਰ ਨੈਚੁਰਲੀ ਕੋਈ ਆਈਜੀ ਤਾਂ ਉੱਥੇ ਚਾਹੀਦਾ ਸੀਗਾ, ਉਹ ਕੋਈ ਵੀ ਹੋ ਸਕਦਾ ਸੀ, ਜਿਹੜਾ ਵੀ ਸੀ। ਹਾਂਜੀ, ਮੈਂ ਨਾਂ ਦੇ ਵਿੱਚ ਨਹੀਂ ਪੈਂਦਾ। ਸੋ ਜਿਹੜਾ ਬੰਦਾ ਇਹਨਾਂ ਸਪੌਟ ਤੇ ਭੇਜਿਆ, ਡੀਜੀਪੀ ਨੂੰ ਕੁਐਸਚਨ ਕਰਨ ਵੀ ਹੋਇਆ ਕਿ ਇਹਦੇ ਬਾਦਲ ਸਾਹਿਬ ਨੂੰ ਕੁਐਸਚਨ ਕੀਤਾ ਜਾਵੇ ਵੀ ਨੈਰੇਟਿਵ ਸਾਰਾ ਸੀ ਕੀ ਇਹ। ਮੈਂ ਥੋੜੀ ਜਿਹੀ ਗੱਲ ਹੋਰ ਕਰੂੰਗਾ। ਮੇਰੇ ਖਿਆਲ ਦੇ ਵਿੱਚ ਜਿਹੜੀ ਇਸ ਤੋਂ ਵੀ ਵੱਡੀ ਗਲਤੀ ਅੱਗੇ ਇੱਕ ਹੋਰ ਹੈਗੀ ਹੈ ਕਿ ਜਿਹੜਾ ਇਹਨਾਂ ਨੇ ਪੁਲਿਸ ਚੀਫ ਲਾਇਆ ਸੀਗਾ, ਅਕਾਲੀ ਦਲ ਨੇ ਕਿਸੇ ਵੇਲੇ ਵਾਅਦਾ ਕੀਤਾ ਸੀ ਸਿੱਖਾਂ ਨਾਲ ਕਿ ਜਿਹੜੇ ਅਫਸਰਾਂ ਨੂੰ ਨੇ ਪੰਜਾਬ ਦੇ ਵਿੱਚ ਵਧੀਕੀਆਂ ਕੀਤੀਆਂ ਅੱਤਵਾਦ ਵੇਲੇ, ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ। ਐਕਸ਼ਨ ਲੈਣ ਦੀ ਥਾਂ ਇਹਨਾਂ ਨੇ ਉਹੀ ਅਫਸਰ ਨਵਾਜੇ। ਸੁਮੇਧ ਸਿੰਘ ਸੈਣੀ ਉਹਨਾਂ ਲੋਕਾਂ ਦੇ ਵਿੱਚੋਂ ਸੀ, ਔਰ ਅਫਸਰਾਂ ਦੇ ਵਿੱਚੋਂ ਸੀ, ਇਜ਼ਹਾਰ ਆਲਮ ਉਹਨਾਂ ਦੇ ਵਿੱਚੋਂ ਸੀ, ਜਿਨ੍ਹਾਂ ਦਾ ਨਾਂ ਉਹਨਾਂ ਵਧੀਕੀਆਂ ਨਾਲ ਜੁੜਦਾ ਸੀ। ਇਹਨਾਂ ਨੇ ਤਾਂ ਇਹੋ ਜਿਹੇ ਅਫਸਰ ਅੱਗੇ ਲਿਆਂਦੇ। ਜੇ ਤੁਸੀਂ ਇਹੋ ਜਿਹੇ ਅਫਸਰ ਅੱਗੇ ਲੈ ਕੇ ਆਓਗੇ ਤੇ ਫਿਰ ਐਸਾ ਕੁਛ ਹੀ ਵਾਪਰੇਗਾ। ਸੋ ਇਹ ਗੁਨਾਹ ਇੱਥੇ ਆ ਕੇ ਹੈ ਇਸ ਤਰ੍ਹਾਂ ਦੇ। ਸੋ ਇਹ ਅੱਗੇ ਇਨਵੈਸਟੀਗੇਟ ਕੀਤਾ ਜਾਵੇ ਤੇ ਠੀਕ ਹੈ। ਉਹ ਜੇ ਕਲੇਮ ਕਰ ਰਹੇ ਆ, ਉਹਨਾਂ ਦਾ ਹੱਕ ਬਣਦਾ ਕਲੇਮ ਕਰਨ ਦਾ, ਕਿਉਂਕਿ ਹਾਲੇ ਮੈਂ ਪਹਿਲਾਂ ਕਿਹਾ ਕਿ ਇਹਨਾਂ ਦਾ ਉਦੋਂ ਤੱਕ ਦਾ ਗੁਨਾਹ ਜਿਹੜਾ ਹੈ ਉਹ ਕ੍ਰਿਮੀਨਲ ਨਹੀਂ ਹੈ, ਉਹ ਰਿਲੀਜੀਅਸ ਪੋਲੀਟੀਕਲ ਹੈ। ਤੇ ਜਿਸ ਤਰ੍ਹਾਂ ਹੁਣ ਆਪਾਂ ਹੁਣ ਵਾਲੀ ਸਰਕਾਰ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਹਰ ਇੱਕ ਵਿਧਾਇਕ ਇਹੀ ਕਹਿੰਦਾ ਸੀ, ਖਾਸ ਕਰ ਉਹਨਾਂ ਦੇ ਸੁਪਰੀਮੋ ਨੇ ਵੀ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ 24 ਘੰਟਿਆਂ 'ਚ ਟੰਗ ਦਾਂਗੇ। ਤੇ ਹੁਣ ਤੁਸੀਂ ਬੀਤੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਲੰਘ ਕੇ ਗਿਆ ਤਾਂ ਉੱਥੇ ਕੁੰਵਰ, ਮੇਰੇ ਤਾਂ ਧਿਆਨ 'ਚ ਨਹੀਂ, ਸ਼ਾਇਦ ਇੱਕ ਅੱਧੇ ਨੇ ਹੋਰ ਕੀਤੀ ਹੋਵੇ, ਪਰ ਕੁੰਵਰ ਵਿਜੇ ਪ੍ਰਤਾਪ ਤੋਂ ਇਲਾਵਾ ਮੇਰੇ ਨਹੀਂ ਧਿਆਨ 'ਚ ਕਿਸੇ ਹੋਰ ਵਿਧਾਇਕ ਨੇ ਬੇਅਦਬੀ ਮਾਮਲੇ ਦੇ ਖਿਲਾਫ ਆਵਾਜ਼ ਚੁੱਕੀ ਹੋਵੇ। ਤਾਂ ਹੁਣ ਬੇਅਦਬੀ ਮਾਮਲੇ ਦੇ ਖਿਲਾਫ ਇੰਨਾ ਸਾਇਲੈਂਟ ਕਿਉਂ ਹੋ ਗਈ ਸਰਕਾਰ? ਮੋਦੀ ਜੀ ਨੇ ਜਦੋਂ 2014 ਦੀ ਇਲੈਕਸ਼ਨ ਲੜੀ ਸੀ, ਉਸ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ, 15 ਲੱਖ ਹਰ ਹਿੰਦੁਸਤਾਨੀ ਦੇ ਅਕਾਊਂਟ ਦੇ ਵਿੱਚ ਜਾਏਗਾ। ਕੀ ਹੋ ਗਿਆ ਪੈਸਾ? ਮੋਦੀ ਸਾਹਿਬ ਨੇ ਅੱਜ ਤੱਕ ਕਦੇ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ, ਕਦੇ ਮੀਡੀਆ ਸਾਹਮਣੇ ਨਹੀਂ ਆਏ, ਤੇ ਜਵਾਬਦੇਹੀ ਹੈ ਨਹੀਂ ਕੋਈ ਵੀ। ਉਹੀ ਹਾਲ ਇੱਥੇ ਹੋਇਆ। ਭਗਵੰਤ ਮਾਨ ਵੀ ਮੀਡੀਆ ਸਾਹਮਣੇ ਨਹੀਂ ਆਉਂਦੇ। ਪੁੱਛੋਗੇ ਤਾਂ ਨਾ, ਜਾਂ ਅਸੈਂਬਲੀ 'ਚ ਪੁੱਛਦੇ ਲੋਕ, ਕਾਂਗਰਸ ਵਾਲੇ ਪੁੱਛਦੇ ਵੀ ਤੁਹਾਡਾ ਵਾਅਦਾ ਸੀ ਦੱਸੋ ਕੀ ਬਣਿਆ। ਉਹਦਾ ਕਿਸੇ ਨੇ ਪੁੱਛਿਆ ਨਹੀਂ। ਪਾਰਟੀਆਂ ਵਾਅਦਾ ਕਰਦੀਆਂ ਤੇ ਮੁੜ ਕੇ ਭੁੱਲ ਜਾਂਦੀਆਂ, ਤੇ ਲੋਕ ਅਲਟੀਮੇਟਲੀ ਇਸ ਭੁੱਲ ਦੀ ਸਜ਼ਾ ਦਿਆ ਕਰਦੇ ਆ। ਇਹ ਸਾਰਿਆਂ ਨੂੰ ਹੀ ਯਾਦ ਰੱਖਣਾ ਚਾਹੀਦਾ। ਪੰਜਾਬ ਦੇ ਤਾਂ ਨਾਲ ਦੀ ਨਾਲ ਹੀ 3 ਮਹੀਨੇ ਬਾਅਦ ਸੰਗਰੂਰ ਆ ਕੇ ਉਹਨਾਂ ਨੇ ਦੱਸਤਾ ਵੀ ਮੂਡ ਕੀ ਹੈ। ਹਾਂਜੀ, ਜੇ ਨਹੀਂ ਸੰਭਲਣਗੇ ਤੇ ਅੱਗੇ ਦੇਖੋ 2024 ਲੋਕ ਸਭਾ ਇਲੈਕਸ਼ਨ ਆ ਰਹੀ, ਉੱਥੇ ਕੀ ਹੁੰਦਾ। ਕਹਿ ਲਈਏ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਵਾਅਦੇ ਕਰਦੀਆਂ ਨੇ ਪਾਰਟੀਆਂ, ਇਹ ਪਾਰਟੀ ਵੀ ਉਸੇ ਰਾਤ ਹੀ ਚੱਲ ਪਈ ਜਿਸ ਤਰ੍ਹਾਂ ਪਹਿਲੀਆਂ ਕਰਦੀਆਂ ਰਹੀਆਂ ਨੇ, ਕਿਉਂਕਿ ਬੇਅਦਬੀ ਤਾਂ ਬਹੁਤ ਵੱਡਾ ਇਸ਼ੂ ਸੀਗਾ। ਤਾਂ ਮਤਲਬ ਇਹ ਪਾਰਟੀ ਵੀ ਹੁਣ ਉਹਨਾਂ ਦੇ ਰਸਤੇ ਤੇ ਚੱਲ ਪਈ ਹੈ, ਜਾਂ ਕਹਿ ਲਈਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ 3 ਮਹੀਨਿਆਂ ਦੇ ਵਿੱਚ ਲੋਕਾਂ ਨੇ ਰਿਐਕਸ਼ਨ ਦਿਖਾਤਾ ਆਪਣਾ। ਨਹੀਂ, ਜਿਹੜੀਆਂ ਪਾਰਟੀਆਂ ਦੀ ਕੋਈ ਵਿਚਾਰਧਾਰਾ ਹੀ ਨਹੀਂ ਹੁੰਦੀ। ਹੁਣ ਪਾਰਟੀਆਂ ਸਾਰੀਆਂ, ਮੈਨੂੰ ਕੋਈ ਫਰਕ ਨਹੀਂ ਲੱਗਦਾ, ਮੈਨੂੰ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਦੀ ਕੋਈ ਫਰਕ ਨਹੀਂ ਲੱਗਦਾ, ਸਾਰੀ ਇੱਕੋ ਜਿਹੀਆਂ। ਹੁਣ ਉਹੀ ਬੰਦੇ ਪਹਿਲਾਂ ਇਹਨਾਂ 'ਚੋਂ ਬਹੁਤ ਕਾਂਗਰਸ ਦੇ ਵਿੱਚ ਸੀ, ਕੁਝ ਅਕਾਲੀ ਦਲ ਦੇ ਵਿੱਚ ਸੀ, ਉਹ ਕੀ ਇੱਧਰ ਆ ਕੇ ਦੁੱਧ ਧੋਤੇ ਹੋ ਗਏ। ਸੋ ਸਿਸਟਮ ਤਾਂ ਉਹੀ ਰਹਿੰਦਾ, ਉਹੀ ਅਫਸਰ, ਉਹੀ ਸਿਸਟਮ ਹੈ, ਉਸ ਤਰ੍ਹਾਂ ਹੀ ਸਰਕਾਰਾਂ ਚੱਲਦੀਆਂ। ਇੱਕ ਵੱਡੀ ਤਬਦੀਲੀ ਦੀ ਪੰਜਾਬ ਵਿੱਚ ਲੋੜ ਹੈ, ਉਹ ਸਪੇਸ ਅਜੇ ਖਾਲੀ ਹੈ। ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਉਹ ਹਜੇ ਤੱਕ ਬਦਲਾਅ ਨਜ਼ਰ ਆ ਨਹੀਂ ਰਿਹਾ ਸਰਕਾਰ ਦੇ ਵਿੱਚ। ਅੱਛਾ ਸਰ, ਬੇਅਦਬੀ ਮਾਮਲੇ ਤੋਂ ਆਪਾਂ ਸ਼ੁਰੂ ਕੀਤਾ ਸੀ ਕਿ ਤਾਰ ਜੁੜਦੇ ਨੇ ਡੇਰਾ ਮੁਖੀ ਦੇ ਨਾਲ, ਤਾਂ ਬੀਤੇ ਦਿਨ ਡੇਰਾ ਮੁਖੀ ਪੈਰੋਲ ਤੇ ਬਾਹਰ ਆਇਆ ਜੇਲ੍ਹ ਤੋਂ, ਤਾਂ ਇੱਥੇ ਉਹਨਾਂ ਦੇ ਕਿਸੇ ਪ੍ਰੇਮੀ ਨੇ ਉੱਠ ਕੇ ਹਾਈ ਕੋਰਟ ਚਲਾ ਗਿਆ ਕਿ ਸਾਡਾ ਬਾਬਾ ਹੀ ਬਦਲਤਾ ਜੀ, ਜਿਹੜਾ ਬਾਬਾ ਸੀ ਉਹ ਅਸਲ ਚੋਂ ਕਿਡਨੈਪ ਕਰ ਲਿਆ ਤੇ ਉਹਦਾ ਡੁਪਲੀਕੇਟ ਬਾਹਰ ਭੇਜਤਾ। ਇਹਦਾ ਮਜ਼ਾਕ ਜਿਹੀ ਵਾਲੀ ਗੱਲ ਹੈਗੀ ਹੈ, ਇਹ ਫਿਲਮੀ ਕੰਮ ਹੈ, ਇਹਨਾਂ ਨੂੰ ਆਪਣੇ ਆਪ ਭੁਗਤਣ ਦਿਓ। ਇਹ ਤਾਂ ਸ਼ੁਕਰੀਆ ਸਰ। ਸੋ ਇਹ ਸਨ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਅਸੀਂ ਬੇਅਦਬੀ ਮੁੱਦੇ ਤੇ ਪੂਰੀ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕੀਤੀ, ਜਿਨ੍ਹਾਂ ਨੇ ਕੇਸ ਦਾ ਪੂਰਾ ਬੈਕਗਰਾਉਂਡ ਸਮਝਾਇਆ ਕਿ ਅਸਲ 'ਚ ਬੇਅਦਬੀ ਮਾਮਲਾ ਕਿੱਥੋਂ ਸ਼ੁਰੂ ਹੋਇਆ ਤੇ ਕਿਹੜੀ ਸਰਕਾਰ ਦੀਆਂ ਕਿਹੜੀਆਂ ਗਲਤੀਆਂ ਵੀ ਰਹੀਆਂ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।